ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਕਿਉ ਦਰਗਹਿ ਪਤ ਪਾਈਐ, ਜਾਂ ਹਰ ਨਾ ਵਸੇ ਮਨ ਮਾਹੇ। ਗੁਰ ਮਿਲੈ ਸੁਖ ਪਾਈਐ, ਅਗਨ ਮਰੇ ਗੁਣ ਮਾਹੇ। ਮਨ ਰੇ ਅਹਨਿਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨ ਵਿਸਰੈ। ਤੇ ਜਨ ਵਿਰਲੇ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਹਿੰਸਾ ਹਉਮੈ ਗਤ ਗਏ, ਨਾਹੀ ਸਹਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਕਾਇਆ ਕਾਮਣ ਜੇ ਕਰੀ, ਭੋਗੇ ਭੋਗਣ ਹਾਰ। ਤਿਸ ਸਿਉ ਨਿਉ ਨ ਕੀਜਈ, ਜੋ ਦੀਸੈ ਚੱਲਣ ਹਾਰ। ਗੁਰਮੁਖ ਰਹੈ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਪਲ ਹਰ ਜਲ ਪਾਏ। ਅੰਤਰ ਕਮਲ ਪਰਗਾਸਿਆ, ਅੰਮ੍ਰਿਤ ਭਰਿਆ ਆਏ। ਨਾਨਕ ਸਤਿਗੁਰ ਮੀਤ ਕਰ, ਸਚ ਪਾਵੈ ਦਰਗਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਅਤੇ ਸਤਿਗੁਰੂ ਜੀ ਦੇ ਸਨਮੁਖ ਨਤਮਸਤਕ ਹੋਣ ਵਾਸਤੇ ਬੇਬਲ ਬਹੁਤ ਹੀ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਅਸੀਂ ਸਾਰੇ ਵਡਭਾਗੇ ਹਾਂ। ਮਿੱਥੇ ਪ੍ਰੋਗਰਾਮ ਅਨੁਸਾਰ ਸਤਿਗੁਰੂ ਨੇ ਕਿਰਪਾ ਕਰਕੇ ਇਸ ਅਸਥਾਨ 'ਤੇ ਪੂਰੇ 1 ਮਹੀਨੇ ਦੀ ਜਿਹੜੀ ਸੇਵਾ ਹੈ ਉਹ ਆਪ ਲੈ ਲਈਏ। ਅੱਜ ਇਸ ਪ੍ਰੋਗਰਾਮ ਦਾ ਇੱਥੇ ਅਖੀਰਲਾ ਦੀਵਾਨ ਹੈ, ਔਰ ਇਹਦਾ ਮਤਲਬ ਇਹ ਨਾ ਸਮਝਣਾ ਵੀ ਇਹ ਅਖੀਰਲਾ ਦਾ ਮਤਲਬ ਹੈ ਵੀ ਬਿਲਕੁਲ ਅਖੀਰਲਾ। ਗੁਰੂ ਬਿਧ ਬਣਾਏ ਹੋ ਸਕਦਾ ਫਿਰ ਕਿਤੇ ਭਵਿੱਖ ਵਿੱਚ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਵਿੱਚ ਬਣੇ। ਤਾਂ ਮੈਂ ਸਮਝਣਾ ਬਈ ਇਹ ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ। ਬੜਾ ਵੱਡਾ ਗੁਰੂ ਨਾਨਕ ਨੇ ਤਰਸ ਕੀਤਾ ਹੈ। ਨਾਚੀਜ਼ ਸੇਵਾਦਾਰਾਂ ਨੂੰ ਇਹ ਮਹਾਰਾਜ ਨੇ ਆਪ ਸਾਰੀਆਂ ਸੰਗਤਾਂ ਤੋਂ ਸੇਵਾ ਲੈ ਕੇ, ਗੁਰਸਿੱਖ ਪਿਆਰਿਆਂ ਤੋਂ ਸੇਵਾ ਲੈ ਕੇ ਇਹ ਦਿਨ ਆਉਂਦਾ ਹੈ। ਬੇਹੱਦ ਖੁਸ਼ੀ ਦਾ ਦਿਨ ਹੈ ਵੀ 1 ਮਹੀਨਾ ਵਿਚਾਰ ਪੂਰੀ ਹੋਣ ਜਾ ਰਹੀ ਹੈ। ਆਪ ਜੀ ਨੇ ਬੜੀ ਸ਼ਰਧਾ ਸ਼ਿੱਦਤ ਨਾਲ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ 'ਚ 20ਵਾਂ ਸ਼ਬਦ ਸਰਵਣ ਕੀਤਾ। ਵਿਦਤ ਰਵੇ ਵੀ ਸ੍ਰੀ ਰਾਗ ਵਿੱਚ ਕੁੱਲ 100 ਸ਼ਬਦ ਹੈ। ਪਹਿਲੇ 33 ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ, ਅਗਲੇ 31 ਗੁਰੂ ਅਮਰਦਾਸ ਦੇ ਨੇ, ਅਗਲੇ 6 ਗੁਰੂ ਰਾਮਦਾਸ ਦੇ ਨੇ, ਔਰ ਉਦੋਂ ਅਗਲੇ ਜਿਹੜੇ ਸ਼ਬਦ ਨੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ। ਤਾਂ ਕੁੱਲ ਇਹਨਾਂ ਸ਼ਬਦਾਂ ਦੀ ਗਿਣਤੀ 100 ਹੁੰਦੀ ਹੈ। ਅੱਗੇ ਫਿਰ ਅਸ਼ਟਪਦੀਆਂ ਵੀ ਨੇ, ਸ਼ੰਤ ਵੀ ਨੇ। ਤਾਂ ਆਓ ਸਾਧ ਸੰਗਤ, ਅੱਜ ਸੱਚੇ ਪਾਤਸ਼ਾਹ ਨੇ ਕੀ ਬਖਸ਼ਿਸ਼ ਕੀਤੀ, ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਤੋਂ ਅਸੀਂ ਵਿਚਾਰ ਜਿਹੜੇ ਨੇ ਉਹ ਸ਼ੁਰੂ ਕਰਾਂਗੇ। ਤੁਸੀਂ ਰੋਜ਼ਾਨਾ ਦੀ ਤਰ੍ਹਾਂ ਅਸੀਸ ਦੇਣੀ ਹੈ। ਸਤਿਗੁਰੂ ਨੇ ਕਿਰਪਾ ਕਰਕੇ ਆਪ ਨਾਚੀਜ਼ ਨੂੰ ਬੁਲਵਾਉਣਾ ਹੈ। ਆਓ ਗੁਰਮਤਿ ਵਿਚਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਬੇਨਤੀ ਪ੍ਰਵਾਨ ਕਰੋ, ਔਰ ਮਿਲਤ ਨਾਲ ਯਕ ਜ਼ੁਬਾਨ ਪਿਆਰ ਭਿੱਜ
ਇਕੱਠੇ ਹੋ ਕੇ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜੀਓ ਗੁਰਮੁਖ ਪਿਆਰਿਓ। ਮਨ ਰੇ ਅਹਨਸ ਹਰ ਗੁਣ ਸਾਰ। हे ਮੇਰੇ ਮਨ, ਤੂੰ ਹਰ ਵਕਤ ਦਿਨ ਰਾਤ, ਸੈਂਸ ਕੀ ਹੈ ਹਰ ਵਕਤ, ਇਹ ਦਿਨ ਨਿਸ ਰਾਤ। ਮਨ ਰੇ, हे ਮੇਰੇ ਮਨ, ਤੂੰ ਦਿਨ ਰਾਤ ਕੀ ਕਰ, ਹਰ ਗੁਣ ਸਾਰ। ਸਾਰ ਦੇ ਅੱਖਰੀ ਅਰਥ ਹੁੰਦੇ ਨੇ ਸੰਭਾਲ ਕਰਨੀ। ਜਿਸ ਤਰ੍ਹਾਂ ਸਾਰ ਸੰਭਾਲੇ ਨਿਤ, ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੇ। ਜਿਸ ਤਰ੍ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਥੇ ਵੀ ਸਾਰੇ ਦੇ ਅਰਥ ਆਲ ਨਹੀਂ, ਸਾਰ। ਸਾਰ ਮੈਨੇ ਸੰਭਾਲ। ਬਾਣੀ ਵਿੱਚ ਨਾਮ ਰੂਪੀ ਅੰਮ੍ਰਿਤ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਤੋ ਗੁਰੂ ਸਵਾਰਿਓ, ਇਕਾਗਰਤਾ ਜ਼ਰੂਰ ਬਖਸ਼ਿਸ਼ ਕਰਿਆ ਕਰੋ। ਆਓ ਆਪਾਂ ਇਸ ਪੰਕਤੀ ਨੂੰ ਪ੍ਰਚੰਡ ਕਰੀਏ, ਫਿਰ ਇਹਨੂੰ ਤੁਹਾਡੇ ਤੋਂ ਆਗਿਆ ਲੈ ਕੇ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗਾ। ਸਾਰੇ ਕਿਰਪਾ ਕਰੋ ਤੇ ਆਖੋ ਮਨ ਰੇ ਅਹਨਿਸ ਹਰ ਗੁਣ ਸਾਰ। ਮਨ ਰੇ ਅਹਨਿਸ ਹਰ ਗੁਣ ਸਾਰ। ਮਨ ਰੇ ਅਹਨਸ ਹਰ ਗੁਣ ਸਾਰ। ਮਨ ਰੇ ਅਹਨਸ ਹਰ ਗੁਣ ਸਾਰ। ਮਨ ਰੇ ਅਹਨਿਸ ਹਰ ਗੁਣ ਸਾਰ। ਮਨ ਰੇ ਅਹਨਿਸ ਹਰ ਗੁਣ ਸਾਰ। ਮਨ ਰੇ ਅਹਨਸ ਹਰ ਗੁਣ ਸਾਰ। ਮਨ ਰੇ ਅਹਨਸ ਹਰ ਗੁਣ ਸਾਰ। हे ਮੇਰੇ ਮਨ, ਤੂੰ ਦਿਨ ਰਾਤ ਪ੍ਰਭੂ ਦੇ ਗੁਣਾਂ ਦੀ ਸੰਭਾਲ ਕਰ। ਪ੍ਰਭੂ ਦੇ ਗੁਣ ਕੀ ਨੇ? ਭਾਵ ਪ੍ਰਭੂ ਦੇ ਉਪਕਾਰ। ਪ੍ਰਭੂ ਦੇ ਉਪਕਾਰ ਕੀ ਨੇ? ਗੁਰੂ ਸਵਾਰਿਓ, ਪ੍ਰਭੂ ਦੇ ਉਪਕਾਰਾਂ ਦਾ ਕੋਈ ਅੰਤ ਨਹੀਂਗਾ। ਪ੍ਰਭੂ ਦੇ ਸਾਡੇ ਉੱਤੇ ਬੇਅੰਤ ਉਪਕਾਰ ਨੇ। ਜਦੋਂ ਤੁਸੀਂ ਸੁਖਮਣੀ ਸਾਹਿਬ ਪੜ੍ਹਦੇ ਹੋ ਤੇ ਮਹਾਰਾਜ ਉਹਦੇ ਵਿੱਚ ਜਦੋਂ ਬਖਸ਼ਿਸ਼ ਕਰਦੇ ਨੇ, ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। ਫਿਰ ਉਹ ਰਮਈਆ ਕੇ ਗੁਣ ਚੇਤ ਪ੍ਰਾਣੀ ਵਾਲੀ ਪੌੜੀ। ਉਦੋਂ ਅੱਗੇ ਫਿਰ ਮਹਾਰਾਜ ਇੱਕ ਇੱਕ ਵਸਤੂ ਗਿਣਾਉਂਦੇ ਨੇ। ਜਿਹਨੇ ਤੈਨੂੰ ਅਨਮੋਲਾ ਨੀਰ ਦਿੱਤਾ, ਜੇ ਪ੍ਰਸਾਦ ਬਸੈ ਸੁਖ ਮੰਦਰ। ਗੁਰਮੁਖੋ, ਗੱਲ ਤੇ ਮਹਿਸੂਸ ਕਰਨ ਦੀ ਹੈ। ਫੁੱਟਪਾਥ ਦੇ ਉੱਤੇ ਸਰਦੀਆਂ ਦੇ ਵਿੱਚ ਮਾਈਨਸ ਟੈਂਪਰੇਚਰ ਦੇ ਵਿੱਚ ਫੁੱਟਪਾਥ ਦੇ ਉੱਤੇ ਤੁਸੀਂ ਕਿਸੇ ਨੂੰ ਲੇਟਿਆ ਹੋਇਆ ਦੇਖੋ ਬਿਨਾਂ ਕੱਪੜਿਆਂ ਤੋਂ, ਤੇ ਉਹਨੂੰ ਵੇਖ ਕੇ ਕਮ ਸੇ ਕਮ ਇਹ ਅਹਿਸਾਸ ਤੇ ਹੋਣਾ ਚਾਹੀਦਾ, ਵਾਹਿਗੁਰੂ ਤੂੰ ਕਿਰਪਾ ਕੀਤੀ, ਸੋਹਣਾ ਘਰ ਦਿੱਤਾ, ਸੋਹਣੀ ਸੇਜਾ ਦਿੱਤੀ, ਬਿਸਤਰ ਦਿੱਤੇ, ਔਰ ਹੋਰ ਬੇਸ਼ੁਮਾਰ ਮੈਨੂੰ ਸੁਵਿਧਾਵਾਂ ਦਿੱਤੀਆਂ। ਔਰ ਗੱਲ ਇਕੱਲੇ ਘਰ ਦੀ ਨਹੀਂ, ਇੱਕ ਇੱਕ ਜਿਹੜੀ ਆਈਟਮ ਹੈ, ਜਿੱਧਰ ਜਿੱਧਰ ਸਾਡਾ ਧਿਆਨ ਜਾਏ ਉਹਨੂੰ ਵੇਖ ਕੇ ਸਾਨੂੰ ਨਿਰੰਕਾਰ ਯਾਦ ਆ ਜਾਏ। ਕਹਿੰਦੇ ਨਾ ਵੀ ਕਿਸੇ ਪਿਆਰ ਵਾਲੇ ਨੇ ਕਿਸੇ ਨੂੰ ਤੋਹਫਾ ਦਿੱਤਾ ਸੀ, ਗਿਫਟ ਦਿੱਤੀ ਸੀ, ਤੇ ਉਹ ਗਿਫਟ ਦੇ ਕੇ ਚਲਾ ਗਿਆ ਵਿਦੇਸ਼, ਤੇ ਸੱਜਣ ਲੈਣ ਵਾਲੇ ਨੇ ਉਹ ਆਪਣੇ ਲਿਵਿੰਗ ਰੂਮ ਵਿੱਚ, ਜਿੱਥੇ ਅਕਸਰ ਅਸੀਂ ਬੈਠਨੇ ਆ, ਬੈਠਕ ਵਿੱਚ ਉਹ ਰੱਖ ਲਈ। ਠੇਠ ਪੰਜਾਬੀ ਦਾ ਸ਼ਬਦ ਬੈਠਕ ਕੇ, ਜਿੱਥੇ ਅਕਸਰ ਬੈਠਣਾ ਹੁੰਦਾ। ਔਰ ਬੈਠਕ ਵਿੱਚ ਬੈਠਿਆਂ ਮਿੱਤਰ ਦਾ ਦਿੱਤਾ ਹੋਇਆ ਜਿਹੜਾ ਤੋਹਫਾ ਸੀ, ਜਿਹੜੀ ਗਿਫਟ ਸੀ, ਉਹਦੇ ਤੇ ਨਿਗਾਹ ਪਈ। ਔਰ ਉਹਦੇ ਤੇ ਜਿਵੇਂ ਹੀ ਨਿਗਾਹ ਪਈ, ਤੋਹਫੇ ਤੇ ਜਦੋਂ ਨਿਗਾਹ ਪਈ, ਤੋਹਫਾ ਦੇਣ ਵਾਲੇ ਦਾ ਚਿਹਰਾ ਅੱਖਾਂ ਦੇ ਸਾਹਮਣੇ ਆ ਗਿਆ। ਇਹ ਤੋਹਫਾ ਮੈਨੂੰ ਮੇਰੇ ਫਲਾਂ ਮਿੱਤਰ ਨੇ ਅਰਪਣ ਕੀਤਾ ਹੈ। ਇਸੇ ਤਰ੍ਹਾਂ ਕੁਝ ਗੁਰਸਿੱਖ ਇਸ ਤਰ੍ਹਾਂ ਦੇ ਪ੍ਰਿਥਵੀ ਤੇ ਜਦੋਂ ਉਹਨਾਂ ਦੀ ਕਿਸੇ ਵਸਤੂ ਤੇ ਨਿਗਾਹ ਪੈਂਦੀ ਹੈ, ਦੁਕਾਨ ਤੇ, ਮਕਾਨ ਤੇ, ਧੀ ਤੇ, ਪੁੱਤਰ ਤੇ, ਸੋਹਣੇ ਵਹੀਕਲ ਤੇ, ਹੋਰ ਬੇਅੰਤ ਪਦਾਰਥ ਨੇ, ਤੇ ਉਹ ਪਦਾਰਥ, ਉਹ ਵਸਤੂਆਂ ਦੇਣ ਵਾਲਾ ਨਿਰੰਕਾਰ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ, ਉਹਨਾਂ ਦੇ ਮੂੰਹੋਂ ਨਿਕਲ ਜਾਂਦਾ ਹੈ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਹੇ ਵਾਹਿਗੁਰੂ, ਇਹ ਤੇਰੀਆਂ ਦਾਤਾਂ ਨੂੰ, ਤੇਰੀ ਗਿਫਟ, ਤੇਰੀ ਨਿਸ਼ਾਨੀ ਸਮਝ ਕੇ ਬਹੁਤ ਸਾਰੇ ਜਗਿਆਸੂ ਤੇਰੇ ਗੁਣ ਗਾ ਰਹੇ ਨੇ। ਇਸ ਵਾਸਤੇ ਹਜ਼ੂਰ ਪ੍ਰੇਰਦੇ ਨੇ ਵੀ ਉਹਦੇ ਬੜੇ ਉਪਕਾਰ ਨੇ। ਇੱਕ ਉਪਕਾਰ ਹੋਵੇ ਤੇ ਤਾਂ, ਜੇ ਸਿਰਫ ਤੈਨੂੰ ਕਹਾਂ ਵੀ 5 ਕੁ ਮਿੰਟ ਰੋਜ਼ ਉਹਦੇ ਗੁਣ ਗਾਇਆ ਕਰ ਤੇ ਬੜਾ ਥੋੜਾ।
ਇਸ ਲਈ ਤਾ ਉਮਰ ਜਨਮ ਤੋਂ ਮੌਤ ਤੱਕ, ਕੀ ਦਿਨ ਕੀ ਰਾਤ ਕੀ ਸੁਬਹ ਕੀ ਸ਼ਾਮ ਕੀ ਦੁਪਹਿਰ ਕੀ ਬਚਪਨ ਕੀ ਜਵਾਨੀ ਕੀ ਬੁਢੇਪਾ, ਇੱਕੋ ਗੱਲ ਘੁੱਟ ਕੇ ਪੱਲੇ ਬੰਨ੍ਹ ਤੇ ਆਪਣੇ ਮਨ ਨੂੰ ਸਮਝਾ ਤੇ ਆਖ ਮਨ ਰੇ ਅਹਨਿਸ ਹਰ ਗੁਣ ਸਾਰ, 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 ਮਨ ਰੇ ਅਹਨਿਸ ਹਰ ਗੁਣ ਸਾਰ। ਨਿਤਾ ਪ੍ਰਤੀ ਹਰੀ ਦੇ ਗੁਣ ਗਾਇਆ ਕਰ, ਉਹਦੇ ਉਪਕਾਰ ਜਿਹੜੇ ਨੇ ਉਹਨੂੰ ਚਿਤਾਰਿਆ ਕਰ, ਸ਼ੁਕਰਾਨਾ ਕਰਿਆ ਕਰ। ਔਰ ਵਾਹਿਗੁਰੂ ਦੇ ਗੁਣਾਂ ਨੂੰ, ਉਹਦਾ ਗੁਣਾਨਵਾਦ ਵੀ ਗੁਣਵਾਨ ਬੰਦਾ ਹੀ ਕਰ ਸਕਦਾ ਹੈ। ਭਾਵ ਅਸੀਂ ਆਪਣੀ ਪਾਤਰਤਾ ਵਧਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਤੋ ਇਹਨੂੰ ਸਮਝਣ ਲਈ ਮੈਂ ਇੱਕ ਭਾਈ ਗੁਰਦਾਸ ਦੇ ਕਵਿਤ ਦਾ ਸਹਾਰਾ ਲਵਾਂ ਤੁਹਾਡੇ ਤੋਂ ਆਗਿਆ ਲੈ ਕੇ। ਗੁਣ ਗ੍ਰਾਹਕ ਬਣਨਾ ਹੋਵੇ, ਉਹਦੇ ਲਈ ਇੱਕ ਨੁਕਤਾ ਬੜਾ ਜ਼ਰੂਰੀ ਹੈ ਵੀ ਜਿਹਦੇ ਕੋਲੋਂ ਗੁਣ ਲੈਣਾ ਹੈ ਉਹਦੇ ਅਵਗੁਣ ਨਜ਼ਰ ਅੰਦਾਜ਼ ਕਰ ਦੇਣੇ ਚਾਹੀਦੇ ਨੇ, ਨਜ਼ਰ ਅੰਦਾਜ਼ ਕਰ ਦੇਣੇ ਚਾਹੀਦੇ ਨੇ। ਮੇਰੇ ਸਮੇਤ ਅਸੀਂ ਕੀ ਕਰਨੇ ਆ, ਸਾਨੂੰ ਅਵਗੁਣ ਚੇਤਾ ਆਉਂਦੇ ਨੇ, ਗੁਣ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇੱਥੇ ਹੀ ਵੱਡੀ ਮਿਸਟੇਕ ਹੁੰਦੀ ਹੈ। ਫਿਰ ਸਾਡੀ ਇੱਕ ਹੋਰ ਫਿਤਰਤ ਹੈ, ਜਿਹਦੇ ਨਾਲ ਸਾਡੀ ਬਣਦੀ ਹੈ ਉਹਦੇ ਅਵਗੁਣ ਵੀ ਸਾਨੂੰ ਗੁਣ ਨਜ਼ਰ ਆਉਂਦੇ ਨੇ। ਔਰ ਮੈਨੂੰ ਮਾਫ ਕਰਨਾ, ਜਿਹਦੇ ਨਾਲ ਨਹੀਂ ਬਣਦੀ ਨਾ ਉਹਦੇ ਤੇ ਗੁਣ ਵੀ ਕਈ ਵਾਰ ਅਸੀਂ ਔਗਣ ਬਣਾ ਦਿੰਦੇ ਹਾਂ। ਸਿੱਖ ਨੇ ਕੀ ਕਰਨਾ ਹੈ, ਤੁਸੀਂ ਵਾਰਿਸ ਹੋ ਕੌਮ ਦੇ, ਤੁਸੀਂ ਇੱਥੇ ਬੈਠਾਂਦੇ ਹੋ ਹੋਕਾ ਦੇਣ ਲਈ, ਤੇ ਮੇਰਾ ਨੈਤਿਕ ਫਰਜ਼ ਬਣਦਾ ਮੈਂ ਹੋਕਾ ਦੇਣ ਲੱਗਾ ਪੂਰੀ ਵਾਹ ਲਾਵਾਂ। ਅਸੀਂ ਕੀ ਕਰਨੇ ਆ, ਅਸੀਂ ਆਮੂਮਨ ਅਵਗੁਣ ਵੇਖਨੇ ਆ। ਭਾਈ ਸਾਹਿਬ ਨੇ 2-3 ਸਾਦਾ ਜੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਨੇ ਗਰਮੀਆਂ ਦੀ ਰੁੱਤ ਹੋਵੇ, ਚੌਮਾਸਾ ਲੱਗਾ ਹੋਵੇ, ਸਾਉਣ ਭਾਦਰੋਂ ਦੇ ਦਿਨਾਂ 'ਚ ਕਾਲੀਆਂ ਘਟਾਂ ਛਾਂਦੀਆਂ, ਗਰਮੀ ਤੋਂ ਬਾਅਦ, ਤਰਾੜਕੇ ਤੋਂ ਬਾਅਦ ਜਦੋਂ ਮੌਨਸੂਨਾਂ ਦੇ ਬੱਦਲ ਆਉਂਦੇ ਨੇ ਤੇ ਉਹਨਾਂ ਨੂੰ ਵੇਖ ਕੇ ਥੋੜਾ ਸਕੂਨ ਮਿਲਦਾ, ਰਾਹਤ ਮਿਲਦੀ ਵੀ ਗਰਮੀ ਤੋਂ ਖਲਾਸੀ ਹੋਵੇਗੀ। ਕਾਲੀਆਂ ਘਟਾਂ ਆਸਮਾਨ ਵਿੱਚ ਛਾਈਆਂ ਹੋਣ, ਹਰਾ ਭਰਾ ਬਾਗ ਹੋਵੇ, ਔਰ ਉਸ ਬਾਗ ਦੇ ਵਿੱਚ ਕਾਲੀਆਂ ਘਟਾਂ ਨੂੰ ਵੇਖ ਕੇ ਮੋਰ ਆਪਣੇ ਸਾਰੇ ਖੰਭ ਖਿਲਾਰ ਲੈ, ਤੇ ਖੰਭ ਖਿਲਾਰ ਕੇ ਉਹ ਫਿਰ ਕੂੰ ਕੂੰ ਕਰਕੇ ਮਿੱਠੇ ਗੀਤ ਗਾਏ, ਤੇ ਕੋਈ ਮੇਰੇ ਵਰਗੇ ਦਾ ਗੁੱਟ ਫੜ ਕੇ ਆਖੇ ਆ ਤੈਨੂੰ ਇੱਕ ਅਦਭੁਤ ਨਜ਼ਾਰਾ ਵਿਖਾਵਾਂ, ਤੇ ਉੱਥੇ ਲਿਆ ਕੇ ਖੜਾ ਕਰਕੇ ਆਖੇ ਵੇਖ ਅਰਸ਼ ਵੱਲ ਕਿੱਡੀਆਂ ਸੋਹਣੀਆਂ ਕਾਲੀਆਂ ਘਟਾਂ ਨੇ। ਆਖੇਗਾ ਹਾਂ ਵਾਕਈ ਕਾਲੀਆਂ ਘਟਾਂ ਬੜੀਆਂ ਸੋਹਣੀਆਂ ਨੇ। ਫਿਰ ਉਹ ਕਹੇ ਵੇਖ ਹਰਾ ਭਰਾ ਬਾਗ, ਇਸ ਬਾਗ ਵਿੱਚ ਮੋਰ, ਇਸ ਮੋਰ ਦੀ ਕੀ ਤਾਰੀਫ ਕਰਾਂ, ਇਹਦੀ ਕਲਗੀ ਬੜੀ ਸੋਹਣੀ ਹੈ, ਇਹਦੀਆਂ ਅੱਖਾਂ ਵੀ ਬੜੀਆਂ ਸੋਹਣੀਆਂ ਨੇ, ਔਰ ਇਹਦੇ ਖੰਭਾਂ ਦੀ ਤੇ ਬਾਤ ਹੀ ਕਿਹਾ। ਅਸੀਂ ਬੜੇ ਕਾਰਖਾਨੇ ਕੱਪੜਿਆਂ ਦੇ ਲਾਏ ਨੇ, ਲਾਣੇ ਚਾਹੀਦੇ ਨੇ, ਪਰ ਅਸੀਂ ਲੱਖ ਯਤਨ ਕਰਕੇ ਪੋਸ਼ਾਕ ਦੇ ਮਾਮਲੇ ਵਿੱਚ ਅੱਜ ਤੱਕ ਮੋਰ ਨੂੰ ਪਿੱਛੇ ਨਹੀਂ ਛੱਡ ਸਕੇ। ਉਹਨੂੰ ਐਸੀ ਵਿਧਾਤੇ ਨੇ ਪੋਸ਼ਾਕ ਦਿੱਤੀ ਏ, ਨਾ ਉਹਨੂੰ ਧੋਣਾ ਪਏ, ਨਾ ਉਹਨੂੰ ਡਰਾਈ ਕਲੀਨ ਕਰਨਾ ਪਏ, ਨਾ ਉਹਨੂੰ ਪ੍ਰੈਸ ਕਰਨਾ ਪਏ, ਨਾ ਉਹਨੂੰ ਤਹਿ ਲਾਣੀ ਪਏ। ਬੜੀ ਸੋਹਣੀ ਪੋਸ਼ਾਕ ਜਦੋਂ ਖੰਭ ਖਿਲਾਰ ਕੇ ਘੁੰਮਦਾ ਤੇ ਚੰਗਿਆਂ ਚੰਗਿਆਂ ਦੇ ਕਦਮ ਜਿਹੜੇ ਨੇ ਉਹਨੂੰ ਤੱਕਣ ਲਈ ਰੁਕ ਜਾਂਦੇ ਨੇ। ਉਹਦੇ ਇੱਕ ਇੱਕ ਖੰਭ ਤੇ ਬੜੀ ਸੁੰਦਰ ਚਿੱਤਰਕਾਰੀ ਕੀਤੀ ਗਈ। ਪਰ ਜਿਹੜਾ ਆਲੋਚਕ ਹੈ ਨਾ, ਜਿਹਨੂੰ ਕੇਵਲ ਅਵਗੁਣ ਵੇਖਣ ਦੀ ਆਦਤ ਹੈ, ਉਹ ਲੰਮਾ ਸਾਰਾ ਸਾਹ ਲੈ ਕੇ ਆਖੇਗਾ ਓਹੋ ਘਟਾਂ ਬੜੀਆਂ ਸੋਹਣੀਆਂ ਨੇ, ਬਾਗ ਹਰਾ ਭਰਾ ਹੈ, ਮੋਰ ਦੀ ਤਾਰੀਫ ਹੀ ਕਿਹਾ ਹੈ, ਖੰਭ ਬੜੇ ਸੋਹਣੇ ਨੇ, ਚੁੰਝ ਬੜੀ ਸੋਹਣੀ ਹੈ, ਅੱਖਾਂ ਬੜੀਆਂ ਸੋਹਣੀਆਂ ਨੇ, ਬੋਲੀ ਵੀ ਇਹਦੀ ਮਿੱਠੀ ਹੈ, ਪਰ ਇਹਦੇ ਪੈਰ ਭੱਦੇ ਨੇ, ਇਹਦੇ ਪੈਰ ਖੁਰਦਰੇ ਨੇ। 5 ਗੁਣ ਨਹੀਂ ਨਜ਼ਰ ਆਏ, ਪਰ ਇੱਕ ਅਵਗੁਣ ਨਜ਼ਰ ਆ ਗਿਆ ਹੈ। जैसे नैन बैन पंख सुंदर सरबंग मोर, नैन अखां बैन बोली पंख खंभ सुंदर सरबंग मोर, मोर दे सारे ही अंग सोहणे ने, पर भाई साहब कहते हैं तां कि पग और देख दोख ना विचारी, कल्ले पैरां नूं लैके ਉਹਦੇ ਸਾਰੇ ਗੁਣਾਂ ਤੇ ਮਾਂਜਾ ਨਹੀਂ ਮਾਰ ਦੇਣਾ ਚਾਹੀਦਾ। संदल सुगंध अत कोमल कमल जैसे कंटक बलोक नाहे अवगन उरदारी। संदल चंदन की लकड़, चंदन का रुख, औषधियाँ भी बनदियां ने, दवाई भी बनती है, लकड़ बड़ी सुगंधी वाली है, बेशकीमती है। उन्होंने कहिए
ਤੇ ਉਹ ਕਹੇਗਾ ਵੀ ਵਾਕਈ ਚੰਦਨ ਦੀ ਲੱਕੜ ਦਾ ਤੇ ਕੋਈ ਮੁਕਾਬਲਾ ਹੀ ਨਹੀਂ। ਔਰ ਫਿਰ ਖਾਸ ਕਰਕੇ 52 ਚੰਦਨ, 52 ਉਂਗਲਾਂ ਉਹਦਾ ਕੱਦ ਹੁੰਦਾ ਹੈ, ਨਸਲ ਹੁੰਦੀ ਹੈ ਚੰਦਨ ਦੇ ਵਿੱਚ। ਇੰਜ ਜੇ ਗਿਣਦੇ ਜਾਈਏ, ਮਿਣਦੇ ਜਾਈਏ, ਤੇ ਕਹਿੰਦੇ ਲਗਭਗ 52 ਉਂਗਲਾਂ ਉਹਦੀ ਲੈਂਥ ਹੁੰਦੀ ਹੈ। ਇਹ ਜ਼ਿਆਦਾ ਕੀਮਤੀ ਹੁੰਦਾ ਹੈ। ਉਹ ਕਹਿੰਦਾ ਵੀ ਸਾਰੀਆਂ ਗੱਲਾਂ ਤੁਹਾਡੀਆਂ ਮੈਂ ਮੰਨਦਾ, ਪਰ ਇੱਕ ਇਹਦੇ 'ਚ ਔਗਣ ਹੈ। ਕਹਿਣ ਲੱਗੇ ਕੀ? ਆਖਣ ਲੱਗੇ ਇਹਨੂੰ ਸੱਪਾਂ ਨੇ ਲਪੇਟਿਆ। ਸੱਪ ਤਾਂ ਲਪੇਟਦੇ ਨੇ ਵੀ ਉਹ ਠੰਡਾ ਹੁੰਦਾ ਹੈ, ਔਰ ਉਹਨਾਂ ਨੂੰ ਜ਼ਹਿਰ ਜਿਹੜਾ ਹੈ ਉਹ ਗਰਮੀ ਦਿੰਦਾ ਹੈ, ਔਰ ਉਹਨਾਂ ਨੂੰ ਸਕੂਨ ਮਿਲਦਾ ਹੈ ਜਦੋਂ ਉਹਦੇ ਨਾਲ ਲਿਪਟਦੇ ਨੇ। ਮਲਿਆਗਰ ਭੁਯੰਗਮ ਬੇੜਿਓ ਅੰਮ੍ਰਿਤ ਬਾਣੀ ਸੀਤਲਤਾ ਨਤ ਜੰਤ। ਮਲਿਆਗਰ ਨੂੰ, ਚੰਦਨ ਨੂੰ ਸੱਪਾਂ ਨੇ ਦਿਵਾਲਿਓਂ ਵੇੜਿਆ ਹੁੰਦਾ, ਪਰ ਉਹ ਆਪਣਾ ਠੰਡਕ ਦੇਣ ਦਾ ਸੁਭਾਅ ਨਹੀਂ ਛੱਡਦਾ। ਤੋ ਮੈਂ ਅਰਜ਼ ਕਰ ਰਿਹਾ ਸਾਂ ਬਈ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਆਲੋਚਕ ਬੰਦੇ ਨੂੰ ਚੰਦਨ ਦੇ 10 ਗੁਣ, 15 ਗੁਣ, 20 ਗੁਣ ਨਜ਼ਰ ਨਹੀਂ ਆਉਂਦੇ। ਇੱਕ ਔਗਣ ਜਿਹੜਾ ਕੰਟਕ ਦੇ ਇੱਥੇ ਅਰਥ ਸੱਪ ਨੇ, ਉਹਨੇ ਔਗਣ ਹਿਰਦੇ 'ਚ ਧਾਰਨ ਕਰ ਲਿਆ। ਜੈਸੇ ਅੰਮ੍ਰਿਤ ਫਲ ਅੰਬ, ਮੈਂਗੋ, ਮਿਸ਼ਟ ਮਿੱਠਾ, ਗੁਣਾਦ ਗੁਣਾ ਵਾਲਾ, ਔਰ ਸਵਾਦ ਸਵਾਦਿਸ਼ਟ। ਤਿੰਨ ਪਹਿਲੂ ਨੇ ਇਹਦੇ। ਸਾਰੀਆਂ ਮਿੱਠੀਆਂ ਚੀਜ਼ਾਂ ਗੁਣਾਦੀ ਨਹੀਂ ਹੁੰਦੀਆਂ। ਕਿਸੇ ਨੂੰ ਤੁਸੀਂ ਰੋਜ਼ ਸ਼ੱਕਰ ਦੀ ਭਰ ਕੇ ਛੰਨਾ ਦੇ ਦਿਓ ਤੇ ਕਿੰਨੇ ਦਿਨ ਖਾਏਗਾ? ਅੰਬ ਮਿੱਠਾ ਵੀ ਹੈ, ਗੁਣਾਦੀ ਵੀ ਹੈ, ਸਵਾਦੀ ਵੀ ਹੈ, ਔਰ ਮਨ ਨਹੀਂ ਅੱਕਦਾ। ਕੋਈ ਚੀਜ਼ ਨਾ, ਮੈਨੂੰ ਮਾਫ ਕਰ ਦੇਣਾ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਇੱਕ ਵਾਰ ਮੂੰਹ 'ਚ ਪਾ ਕੇ ਬਾਹਰ ਕੱਢ ਲਈਏ ਤੇ ਅਸੀਂ ਦੁਬਾਰਾ ਮੂੰਹ 'ਚ ਨਹੀਂ ਪਾ ਸਕਦੇ। ਅੰਬ ਨੂੰ ਦਰਜਨਾਂ ਵਾਰੀ ਮੂੰਹ 'ਚ ਪਾ ਕੇ ਤੇ ਬਾਹਰ ਕੱਢ ਕੇ ਤੇ ਬੰਦਾ ਫਿਰ ਮੂੰਹ 'ਚ ਪਾ ਲੈਂਦਾ। ਐਸਾ ਉਹਦਾ ਗੁਣ ਹੈ, ਐਸਾ ਗੁਣਾਦੀ ਹੈ, ਐਸਾ ਸਵਾਦੀ ਹੈ। ਪਰ ਇੰਨਾ ਵੱਡਾ ਗੁਣ ਹੋਣ ਦੇ ਬਾਵਜੂਦ ਵੀ ਜਿਹਨੂੰ ਨਿੰਦਾ ਕਰਨ ਦੀ ਵਾਦੀ ਪੈ ਜਾਏ, ਆਲੋਚਨਾ ਕਰਨ ਦੀ ਵਾਦੀ ਪੈ ਜਾਏ, ਉਹ ਕਹਿੰਦਾ ਵੀ ਅੰਬ ਮਿੱਠਾ ਵੀ ਹੈ, ਅੰਬ ਗੁਣਾਦੀ ਵੀ ਹੈ, ਅੰਬ ਸਵਾਦੀ ਵੀ ਹੈ, ਪਰ ਇਹਦੀ ਗਿਟਕ ਬੜੀ ਕੌੜੀ ਹੁੰਦੀ ਹੈ। ਔਗਣ ਲੈ ਲੈਂਦਾ। ਭਾਈ ਸਾਹਿਬ ਕਹਿੰਦੇ ਨਹੀਂ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਗੁਰੂ ਦੇ ਗਿਆਨ ਰੂਪੀ ਦਾਨ ਨਾ ਕਿਤਿਓਂ ਵੀ ਮਿਲੇ, ਵੱਡੇ ਤੋਂ ਮਿਲੇ, ਛੋਟੇ ਤੋਂ ਮਿਲੇ, ਆਪਣੇ ਤੋਂ ਮਿਲੇ, ਖਿਮਾ ਕਰਨਾ ਪਰਾਏ ਤੋਂ ਮਿਲੇ, ਝੋਲੀ ਅੱਡ ਕੇ ਪਵਾ ਲਿਆ ਕਰ। ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ, ਬੰਦਨਾ ਸਕਲ ਪੂਤ। ਜਿਹੜੇ ਗੁਣ ਕਰਕੇ ਆਪਣੇ ਤੋਂ ਵੱਡੇ ਨੇ, ਉਹਨਾਂ ਸਾਰਿਆਂ ਦੇ ਚਰਨਾਂ 'ਚ ਬੰਦਨਾ ਕਰਿਆ ਕਰ, ਨਮਸਕਾਰ ਕਰਿਆ ਕਰ। ਬੰਦਨਾ ਸਕਲ ਭੂਤ, ਨਿੰਦਾ ਨਾ ਤੁਕਾਰੀ ਹੈ, ਨਿੰਦਾ ਨਾ ਕਰਿਆ ਕਰ। ਗੱਲ ਤੇ ਵੈਗਰੂ ਦੇ ਗੁਣਾਨਵਾਦ ਦੀ ਹੈ, ਵੈਗਰੂ ਦੀ ਸਿਫਤ ਸਲਾਹ ਦੀ ਹੈ, ਵੈਗਰੂ ਦੇ ਸ਼ੁਕਰਾਨੇ ਦੀ ਹੈ। ਮਨ ਰੇ ਅਹਨਿਸ ਹਰ ਗੁਣ ਸਾਰ। ਹੇ ਮੇਰੇ ਮਨ, ਦਿਨ ਰਾਤ ਹਰ ਵਕਤ ਵਾਹਿਗੁਰੂ ਦੇ ਗੁਣਾਂ ਦੀ ਸੰਭਾਲ ਕਰਿਆ ਕਰ, ਵਾਹਿਗੁਰੂ ਦੇ ਉਪਕਾਰਾਂ ਨੂੰ ਚੇਤੇ ਕਰਿਆ ਕਰ। ਪਰ ਮੈਂ ਤਾਂ ਅਰਜ਼ ਕੀਤੀ ਵੀ ਵਾਹਿਗੁਰੂ ਦੇ ਉਪਕਾਰ ਵੀ ਉਹਨੂੰ ਚੇਤਾ ਆਉਣਗੇ, ਗੁਣ ਉਹਨੂੰ ਚੇਤਾ ਆਉਣਗੇ ਜਿਹਦੇ ਅੰਦਰ ਗੁਣ ਨੇ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਨਿਰਗੁਣ ਆਣ ਆਣਿਆ ਸੋ ਪ੍ਰਭ ਸਦਾ ਸੰਭਾਲ। ਐ ਨਿਰਗੁਣ ਆ ਰਿਹਾ, ਤੂੰ ਆਪਣੇ ਵਿੱਚ ਗੁਣ ਪੈਦਾ ਕਰ। ਹਜ਼ੂਰ ਫਰਮਾਨ ਕਰ ਰਹੇ ਨੇ, ਮਨ ਰੇ ਇਹ ਨਿਸ ਹਰ ਗੁਣ ਸਾਰ। ਜਿਨ ਖਿਨ ਪਲ ਨਾਮ ਨ ਵਿਸਰੈ, ਤੇ ਜਨ ਵਿਰਲੇ ਸੰਸਾਰ। ਜਿਨ ਖਿਨ ਪਲ ਨਾਮ ਨਾ ਵਿਸਰੈ। ਹੁਣ ਤੁਸੀਂ ਖਿਨ ਤੇ ਪਲ ਨੂੰ ਕੱਢੋ ਤੇ ਬਹੁਤ ਥੋੜਾ ਸਮਾਂ ਉਸ ਵਿਸ਼ਲੇਸ਼ਣ 'ਚ ਮੈਂ ਨਾ ਪਵਾਂ। ਜਿਨ੍ਹਾਂ ਨੂੰ ਥੋੜੇ ਜਿਹੇ ਸਮੇਂ ਲਈ ਵੀ ਪ੍ਰਮਾਤਮਾ ਨਹੀਂ ਵਿਸਰਦਾ, ਸਾਨੂੰ ਤਾਂ ਜ਼ਿਆਦਾ ਸਮੇਂ ਲਈ ਪ੍ਰਮਾਤਮਾ ਵਿਸਰ ਜਾਂਦਾ ਨਾ। ਮਾਫ ਕਰਨਾ, ਪ੍ਰਮਾਤਮਾ ਨੂੰ ਵਿਸਾਰਨਾ, ਇਹਦੇ ਵਿਪਰੀਤ ਸ਼ਬਦ ਹੈ ਪ੍ਰਮਾਤਮਾ ਨੂੰ ਯਾਦ ਕਰਨਾ। ਤੇ ਯਾਦ ਕੀ ਹੈ? ਦੇਖੋ, ਜਪ ਦਾ ਸਿਧਾਂਤ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਪਰ ਜਿਹੜਾ ਜਪ ਹੈ ਨਾ, ਉਹ ਰਸਨਾ ਨਾਲ ਹੁੰਦਾ ਹੈ। ਰਸਨਾ ਸਾਡੇ ਤਨ ਦਾ ਹਿੱਸਾ ਹੈ। ਮਾਫ ਕਰਨਾ, ਮਨ ਬਿਲਕੁਲ ਡਿਫਰੈਂਟ ਹੈ। ਜੀਭ ਨਾਲ ਜਪਣ ਦੀ ਗੱਲ ਹੈ, ਪਰ ਜੀਭ ਤਨ ਦਾ ਹਿੱਸਾ ਹੈ। ਸਿਮਰਨ ਜਿਹੜਾ ਹੈ ਨਾ, ਜਿਹੜੀ ਯਾਦ ਹੈ, ਉਹ ਮਨ ਨਾਲ ਕੀਤੀ ਜਾ ਸਕਦੀ ਹੈ, ਉਹ ਸੁਰਤ ਨਾਲ ਕੀਤੀ ਜਾ ਸਕਦੀ ਹੈ। ਔਰ ਖਿਆਲ ਕਰਨਾ, ਉਹ ਜਦੋਂ ਸਫਲ ਹੋ ਜਾਈਦਾ ਨਾ, ਉੱਥੇ ਰਸਨਾ ਸਾਇਲੈਂਟ ਹੋ ਜਾਂਦੀ ਹੈ। ਜਦੋਂ ਤੁਸੀਂ ਉਸ ਸਟੇਜ ਤੇ ਪਹੁੰਚਦੇ ਹੋ ਨਾ, ਕੋਈ ਜ਼ਰੂਰੀ ਨਹੀਂ ਵੀ ਰਸਨਾ ਹਰਕਤ ਵਿੱਚ ਹੋਵੇ। ਵੇਖੋ ਨਾ, ਤੁਸੀਂ ਇੱਥੇ ਬੈਠੇ ਹੋ, ਬੇਟਾ ਨਹੀਂ ਆਇਆ, ਵੈਨ ਆਈ ਏ, ਰੁਕ ਕੇ ਦੂਜੇ ਬੱਚਿਆਂ ਨੂੰ ਉਤਾਰ ਕੇ ਚਲੀ ਗਈ ਹੈ, ਬੇਟਾ ਨਹੀਂ ਆਇਆ। ਹੁਣ ਬੇਟੇ ਨੂੰ ਤੁਸੀਂ ਯਾਦ ਕਰ ਰਹੇ ਹੋ, ਕੀ ਬੇਟੇ ਦੇ ਨਾਮ ਨੂੰ ਵਾਰ-ਵਾਰ ਰਿਪੀਟ ਕਰ ਰਹੇ ਹੋ? ਨਹੀਂ, ਇੱਕ ਲਟਕ ਲੱਗ ਗਈ ਵੀ ਬੇਟਾ ਕਿੱਥੇ ਹੈ।
ਪਤਾ ਕਰੋਗੇ, ਖੋਜੋਗੇ, ਫੋਨ ਕਰੋਗੇ, ਨੌਕਰਾਂ ਨੂੰ ਇੱਧਰ ਉੱਧਰ ਦੜਾਓਗੇ, ਨਿਕਟਵਰਤੀਆਂ ਨੂੰ ਦੜਾਓਗੇ। ਯਾਦ ਕੀ ਹੈ? ਇੱਕ ਲਟਕ। ਜਿਸ ਤਰ੍ਹਾਂ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਯਾਦ ਕਰਦਾ ਹੈ ਕੇਵਲ ਗੱਲ ਸਮਝਣ ਲਈ, ਇਹਨੂੰ ਅਸ਼ਲੀਲਤਾ ਵੱਲ ਨਾ ਲਿਜਾਣਾ, ਔਰ ਉਹ ਕੀ ਕਰਦਾ ਹੈ? ਉਹਦੇ ਨਾਮ ਨੂੰ ਵਾਰ-ਵਾਰ ਉਹ ਦੁਹਰਾਉਂਦਾ ਨਹੀਂਗਾ। ਇੱਕ ਜਿਹਨ ਦੇ ਵਿੱਚ ਯਾਦ ਜਿਹੜੀ ਹੈ ਵਸ ਜਾਂਦੀ ਹੈ, ਲਟਕ ਲੱਗ ਜਾਂਦੀ ਹੈ। ਬਸ ਅਸਲ ਵਿੱਚ ਜਿਹੜੀ ਯਾਦ ਹੈ, ਜਿਹੜਾ ਚੇਤਾ ਹੈ, ਜਿਹੜਾ ਸੁਮਿਰਨ ਹੈ, ਉਹਦਾ ਪ੍ਰਾਕਿਰਤ ਸ਼ਬਦ ਹੈ ਸਿਮਰਨ। ਉਹ ਇੱਕ ਲਟਕ ਹੈ, ਉਹ ਮਕੈਨੀਕਲ ਰੈਪੀਟੇਸ਼ਨ ਨਹੀਂ। ਹਾਲਾਂਕਿ ਸ਼ੁਰੂ ਵਿੱਚ ਉਹ ਹੀ ਕਰਨਾ ਪਏਗਾ, ਵਾਰ-ਵਾਰ ਅਭਿਆਸ ਜਿਹੜਾ ਹੈ। ਵਾਹਿਗੁਰੂ ਆਖੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜਿਹੜਾ ਕਹਿੰਦੇ ਨਾ ਵੀ ਸੰਗਤ ਵਿੱਚ ਜਾਣ ਦਾ ਲਾਹਾ ਹੀ ਲਾਹਾ ਹੈ, ਹਾਨੀ ਕੋਈ ਨਹੀਂ ਗੀ। ਉਹਦਾ ਮਤਲਬ ਇਹ ਹੁੰਦਾ ਵੀ ਜੇ ਕੋਈ 10 ਵਾਰ ਵਾਹਿਗੁਰੂ ਆਖਿਆ ਖਵਾਇਆ ਜਾ ਰਿਹਾ ਨਾ, ਤੇ ਗੁਰੇਜ਼ ਨਾ ਕੋਈ ਕਰੇ। ਜਿਸ ਸੰਗਤ ਵਿੱਚ ਆ ਕੇ ਵੀ ਕੋਈ ਗੁਰੇਜ਼ ਕਰ ਜਾਏ ਤੇ ਕੀ ਉਹਨੂੰ ਲਾਹਾ ਮਿਲੇਗਾ? ਦੇਖੋ ਨਾ, ਉਧਰ ਸਰੀਰ ਦੀ ਖੁਰਾਕ ਮਿਲਣੀ ਹੈ, ਉੱਥੇ ਜਾ ਕੇ ਮੈਂ ਵੀ ਟਾਟ ਤੇ ਬਹਿ ਜਾ, ਥਾਲੀ ਵੀ ਅੱਗੇ ਰੱਖ ਲਾਂ, ਉਹਦੇ ਵਿੱਚ ਕਿਸੇ ਨੂੰ ਪਾਣੀ ਨਾ ਕੁਝ ਦਿਆਂ, ਤੇ ਜੇ ਕੋਈ ਪਾ ਜਾਏ ਤੇ ਖਾਵਾਂ ਹੀ ਨਾ। ਤੇ ਕੀ ਪੰਗਤ ਵਿੱਚ ਜਾਣ ਨਾਲ, ਸਿਰਫ ਉੱਥੇ ਹਾਲ ਵਿੱਚ ਜਾਣ ਨਾਲ ਮੇਰੀ ਭੁੱਖ ਦੂਰ ਹੋ ਜਾਏਗੀ? ਗੁਰੂ ਸਵਾਰਿਓ, ਮੇਰਾ ਖਿਆਲ ਹੈ ਤੁਹਾਡਾ ਸਾਰਿਆਂ ਦਾ ਜਵਾਬ ਇਹ ਹੈ ਵੀ ਸਿਰਫ ਉੱਥੇ ਜਾਣ ਨਾਲ ਮੇਰੀ ਭੁੱਖ ਦੂਰ ਨਹੀਂ ਹੋਵੇਗੀ, ਮੈਨੂੰ ਭੋਜਨ ਖਾਣਾ ਪਏਗਾ। ਇਸੇ ਤਰ੍ਹਾਂ ਜਿਸ ਸੰਗਤ ਵਿੱਚ ਤੁਸੀਂ ਬੈਠੇ ਹੋ, ਇੱਥੇ ਰੂਹ ਦੀ ਖੁਰਾਕ ਵਰਤਦੀ, ਇੱਥੇ ਵੀ ਜਿਹੜਾ ਜਿਹੜਾ ਘੁੱਟ ਭਰੇਗਾ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਪੌਣ ਸਵਾਸ, ਸਵਾਸਾਂ ਦਾ ਪਿਆਲਾ, ਭਾਵ ਸਾਸ ਸਾਸ ਸਿਮਰੋ ਗੋਬਿੰਦ। ਹਰ ਸਵਾਸ ਨਾਲ ਆਖਣਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਕੀ ਉਹਨਾਂ ਵਿਰਲਿਆਂ ਦੀ ਕਤਾਰ 'ਚ ਅਸੀਂ ਨਹੀਂ ਖੜੇ ਹੋ ਸਕਦੇ? ਹੋ ਸਕਨੇ ਆ, ਪਰ ਅਸੀਂ ਕਹਿੰਦੇ ਆ ਵੀ ਅਸੀਂ ਤੇ ਕਦੀ 5 ਮਿੰਟ ਨਹੀਂ ਜਪਿਆ, ਤੇ ਖਿਨ ਪਲ ਵੀ ਨਾ ਵਿਸਰੇ ਸਾਡੀ ਸਟੇਜ ਕਿਵੇਂ ਬਣ ਸਕਦੀ? ਗੁਰਮੁਖੋਂ ਬਣ ਸਕਦੀ ਕਿਵੇਂ? ਜਿਵੇਂ ਪਹਿਲੇ ਦਿਨ ਨਾ ਬੱਚੇ ਨੂੰ ਜਿਹੜਾ ਛੋਟਾ ਜਿਹਾ ਕਾਇਦਾ ਮਿਲਦਾ ਹੈ, ਤੇ ਉਹਦੇ ਤੇ A ਫॉर ਐਪਲ, B ਫॉर ਬੈਟ, C ਫॉर ਕੈਟ, E ਫॉर ਐਲੀਫੈਂਟ, ਮੋਟੇ ਮੋਟੇ ਅੱਖਰ ਨਾਲ ਪਿਕਚਰ। ਤੇ ਜੇ ਉਹਦੀ ਕੋਈ PhD ਦੀ, ਕੋਈ ਉਹਨੇ MPhil ਕਰਨੀ ਹੈ, ਕੋਈ ਹੋਰ ਡਿਗਰੀ ਵੱਡੀ ਇੰਗਲਿਸ਼ ਦੀ ਕਰਨੀ, ਤੇ ਉਹਦੇ ਸਾਹਮਣੇ ਗਾਈਡ ਰੱਖਦੇ ਲਿਆ ਕੇ ਸਾਹਮਣੇ, ਪਰਲ ਦੀ ਜਾਂ MBD ਦੀ, ਤੇ ਉਹ ਤੁਸੀਂ ਪਹਿਲੀ ਦੂਜੇ ਦੇ ਬੱਚੇ ਨੂੰ ਵਿਖਾਓ, ਤੇ ਉਹ ਤੇ ਵੇਖ ਕੇ ਉਹਦੇ ਪਸੀਨੇ ਛੁੱਟ ਜਾਣਗੇ। ਪਰ ਕ੍ਰਮ ਤੁਸੀਂ ਉਹਨੂੰ ਸਹੀਜੇ ਲੈ ਕੇ ਜਾਓ ਨਾ, ਤੇ ਗ੍ਰੈਜੂਏਸ਼ਨ ਕਰ ਜਾਏ ਤੇ ਉਹਦੇ ਸਾਹਮਣੇ ਰੱਖੋ ਤੁਸੀਂ, ਤਾਂ ਕਹੇਗਾ ਵੀ ਕੁਛ ਵੀ ਨਹੀਂ, ਇਹਨੂੰ ਮੈਂ ਬੜੇ ਆਰਾਮ ਨਾਲ ਅੰਡਰਸਟੈਂਡ ਕਰ ਲਾਂਗਾ, ਪੜ੍ਹ ਲਾਂਗਾ, ਐਗਜ਼ਾਮ ਵੀ ਦੇ ਲਾਂਗਾ। ਪਰ ਕਿਵੇਂ? ਜਦੋਂ ਸਹੀਜੇ ਸਟੈਪ ਬਾਈ ਸਟੈਪ ਤੁਸੀਂ ਲੈ ਕੇ। ਇਸੇ ਤਰ੍ਹਾਂ ਜੇ ਅੱਜ ਅਸੀਂ ਇਹ ਗੱਲ ਕਰੀਏ ਵੀ ਮੈਂ ਤੇ ਕਦੀ ਇੱਕ ਵਾਰਾਂ ਵੀ ਵਾਹਿਗੁਰੂ ਭੁੱਲ ਕੇ ਨਹੀਂ ਆਖਿਆ, ਇਹ ਕਿਵੇਂ ਹੋ ਸਕਦਾ ਵੀ ਖਿਨ ਪਲ ਨਾਮ ਨਾ ਵਿਸਰੇ ਵਾਲੀ ਅਵਸਥਾ ਮੇਰੀ ਬਣ ਜਾਏ? ਆਹਿਸਤਾ ਆਹਿਸਤਾ ਇਹ ਅਵਸਥਾ ਵੀ ਬਣ ਸਕਦੀ। ਇੱਕ ਲਟਕ ਹੈ, ਇੱਕ ਅੰਦਰੋਂ ਤਾਰ ਜੁੜਨ ਵਾਲੀ ਗੱਲ ਹੈ। ਜਿਵੇਂ ਸੁਰਤ ਉਸ ਪਾਸੇ ਰੱਖੀ ਦੀ, ਘਰ ਦਾ ਤਾਲਾ ਲਗਾਉਣਾ ਅਸੀਂ ਭੁੱਲ ਜਾਈਏ, ਦਰ ਖੁੱਲੇ ਰਹਿ ਜਾਣ, ਅਸੀਂ ਬਾਜ਼ਾਰ ਵਿੱਚ ਸ਼ਾਪਿੰਗ ਕਰ ਰਹੇ ਹਾਂ, ਔਰ ਸ਼ਾਪਿੰਗ ਕਰਦੇ ਹਾਂ ਜਿਹੜੀ ਸੁਰਤ ਹੈ ਉਹ ਘਰ ਵਿੱਚ, ਘਰ ਦਾ ਦਰਵਾਜ਼ਾ ਖੁੱਲ੍ਹਾ ਹੈ। ਜਿਸ ਤਰ੍ਹਾਂ ਉਹ ਸੁਰਤ ਉੱਥੇ ਹੁੰਦੀ ਹੈ, ਸਰੀਰ ਸਾਡਾ ਹੋਰ ਕਿਤੇ ਹੁੰਦਾ, ਇਸ ਤਰ੍ਹਾਂ ਫਿਰ ਸੁਰਤ ਉਹਦੇ ਵਿੱਚ ਜੁੜ ਜਾਂਦੀ ਹੈ। ਅਸੀਂ ਹੋਰ ਕੰਮਕਾਰ ਕਰਦੇ ਫਿਰਨੇ ਆ, ਸੁਰਤ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਇਹ ਕੁਝ ਇਸ ਤਰ੍ਹਾਂ ਦੀ ਅਵਸਥਾ ਹੈ, ਔਰ ਇਹ ਸੰਭਵ ਹੈ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ
ਹਰੇ ਹਰ ਗਾਈਏ। ਹਜ਼ੂਰ ਕਹਿੰਦੇ ਨੇ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ। ਸੰਸਾਰ ਵਿੱਚ ਉਹ ਵਿਰਲੇ ਨੇ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਹੜੇ ਉਹ ਵਿਰਲੇ ਨੇ ਨਾ, ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ। ਜ਼ਾਹਰ ਨਹੀਂ ਕਰਨਾ ਚਾਹੀਦਾ। ਜਿਹੜੇ ਜਪਣ ਵਾਲੇ ਗੁਰਮੁਖ ਨੇ, ਮੁਬਾਰਕ ਹੈ, ਨਮਸਕਾਰ ਹੈ ਉਹਨਾਂ ਦੇ ਚਰਨਾਂ ਵਿੱਚ। ਮੈਂ ਨਹੀਂ ਕਹਿੰਦਾ, ਸੱਚੇ ਪਾਤਸ਼ਾਹ ਕਹਿੰਦੇ ਹਾਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ। ਪਰ ਨਾਲ ਇਹ ਵੀ ਸੱਚੇ ਪਾਤਸ਼ਾਹ ਨੇ ਆਖਿਆ ਵੀ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਕੋਈ ਕਹਿੰਦਾ ਰੱਬ ਬੜੀ ਨੇੜੇ ਆ, ਕੋਈ ਕਹਿੰਦਾ ਬਹੁਤ ਬੜੀ ਦੂਰ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਰੈ ਖਜੂਰ। ਇਹ ਗੱਲਾਂ ਤੇ ਇੰਜ ਨੇ ਜਿਵੇਂ ਕੋਈ ਬੰਦਾ ਕਹੇ ਵੀ ਅੱਜ ਮੈਂ ਵੇਖਿਆ ਵੀ ਇੱਕ ਮੱਛੀ ਨਾ ਖਜੂਰ ਦੇ ਉੱਤੇ ਚੜ੍ਹ ਕੇ ਖਜੂਰਾਂ ਖਾਂਦੀ ਸੀ ਪਈ। ਕਹਿੰਦੇ ਮੱਛੀ ਦਾ ਖਜੂਰ ਤੇ ਚੜ੍ਹਨਾ ਜਿਵੇਂ ਅਸੰਭਵ ਹੈ, ਇਸ ਤਰ੍ਹਾਂ ਰੱਬ ਬਾਰੇ ਜਿਹੜੇ ਤੁਸੀਂ ਇਹ ਕਮੈਂਟ ਕਰਦੇ ਹੋ ਨਾ, ਇਹ ਵੀ ਕੁਝ ਮੱਛੀ ਦੇ ਖਜੂਰ ਤੇ ਚੜ੍ਹਨ ਵਰਗੀ ਗੱਲ ਹੈ। ਫਿਰ ਕੀ ਕਰਨਾ ਚਾਹੀਦਾ? ਆਖਣ ਲੱਗੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਰੈ ਖਜੂਰ। ਕਾਏ ਰੇ ਬਕਬਾਦ ਲਾਇਓ, ਕਾਏ ਰੇ ਬਕਬਾਦ ਲਾਇਓ। ਉਹ ਭਾਈ ਕਿਉਂ ਬਕਵਾਸ ਕਰਦੇ ਹੋ? ਮੈਨੂੰ ਖਿਮਾ ਕਰਨਾ, ਬਾਣੀਕਾਰ ਕਹਿ ਰਹੇ ਨੇ, ਮੈਂ ਸਿਰਫ ਐਕਸਪਲੇਨ ਕਰ ਰਿਹਾ। ਉਹ ਕਹਿੰਦੇ ਇਹ ਬਕਵਾਸ ਕਿਉਂ ਮਾਰਦੇ ਹੋ? ਜਿਨ ਹਰ ਪਾਇਓ ਤਿਨੈ ਛੁਪਾਇਓ। ਭਾਵੇਂ ਛੁਪਦਾ ਨਹੀਂ, ਪਰ ਉਹ ਆਪਣੇ ਵੱਲੋਂ ਜ਼ਾਹਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਔਰ ਜਿਹੜੇ ਜ਼ਾਹਰ ਕਰਨ ਦੀ ਮੇਰੇ ਵਰਗੇ ਕੋਸ਼ਿਸ਼ ਕਰਦੇ ਨੇ, ਖਿਮਾ ਕਰਨਾ, ਉਹਨਾਂ ਕੋਲ ਗੱਲ ਹੁੰਦੀ ਕੋਈ ਨਹੀਂ ਗੀ। ਕਦੀ ਕਿਸੇ ਥਾਣੇਦਾਰ ਨੇ ਕਿਸੇ ਨੂੰ ਸੜਕ ਤੇ ਰੋਕ ਕੇ ਬਾਂਹ ਫੜ ਕੇ ਆਖਿਆ ਵੀ ਮੈਂ ਥਾਣੇਦਾਰ ਹਾਂ। ਉਹਦਾ ਤੇ ਸਾਰੀ ਦੁਨੀਆ ਨੂੰ ਪਤਾ ਵੀ SHO ਹੈ, ਸਟੇਸ਼ਨ ਹੈੱਡ ਆਫਿਸਰ ਹੈ। ਕਿਸੇ ਹੋਰ ਅਧਿਕਾਰੀ ਨੇ ਰੋਕ ਕੇ ਕਦੀ ਕਿਸੇ ਨੂੰ ਦੱਸਿਆ ਵੀ ਮੈਂ ਬੈਂਕ ਦਾ ਮੈਨੇਜਰ ਹਾਂ, ਮੈਂ ਫਲਾਂ ਮਹਿਕਮੇ 'ਚ ਇੰਸਪੈਕਟਰ ਹਾਂ। ਸੰਬੰਧਿਤ ਲੋਕਾਂ ਨੂੰ ਆਪਣੇ ਆਪ ਹੀ ਪਤਾ ਤੇ ਬਰਾਜਮਾਨ ਹੈ। ਔਰ ਜਿਹੜੇ ਨਹੀਂ, ਉਹ ਕਈ ਵਾਰ ਲੋਕਾਂ ਨੂੰ ਦੱਸਦੇ ਨੇ, ਔਰ ਦੱਸਦਿਆਂ ਕਈ ਵਾਰ ਫਸ ਵੀ ਜਾਂਦੇ ਨੇ। ਤੇ ਜਿਹੜੇ ਝੂਠੇ ਅਸਰਾਂ ਦੇ ਅਫਸਰ ਹੁੰਦੇ ਨੇ, ਉਹ ਮੌਕੇ ਤੇ ਫਸ ਜਾਣ ਤੇ ਉਹਨਾਂ ਦੀ ਦੁਰਦਸ਼ਾ ਵੀ ਬੜੀ ਹੁੰਦੀ ਹੈ। ਉਹਨਾਂ ਦੀ ਦੁਰਦਸ਼ਾ ਵੀ ਹੁੰਦੀ ਹੈ। ਕਿਉਂ? ਕਿਉਂਕਿ ਅਧਿਕਾਰੀ ਨਹੀਂ, ਜੋ ਬਣ ਗਿਆ ਹੈ ਉਹ ਹੈ ਨਹੀਂ। ਮਹਾਰਾਜ ਕਹਿੰਦੇ ਨੇ ਵੀ ਇਹਨਾਂ ਦੀ ਗਿਣਤੀ ਥੋੜੀ ਹੈ। ਇਹਦੇ ਚੋਂ ਮੈਸੇਜ ਕੀ ਲੈਣਾ? ਇਹਦੇ ਚੋਂ ਮੈਸੇਜ ਇਹ ਹੈ ਬਈ ਨਿਰੰਕਾਰ ਨਾਲ ਜੁੜੀਆਂ ਰੂਹਾਂ ਜਿਹੜੀਆਂ ਨੇ, ਅੰਮ੍ਰਿਤ ਬਾਣੀ 'ਚ ਮਹਾਰਾਜ ਫਰਮਾਨ ਕਰਦੇ ਨੇ, ਹੈਣ ਬਿਲਕੁਲ ਸੁਹਾਗਾ ਨਹੀਂ ਫੇਰਿਆ ਵੀ ਹੈ ਹੀ ਨਹੀਂ, ਬਿਲਕੁਲ ਨਹੀਂ ਨਾ। ਮਹਾਰਾਜ ਕਹਿੰਦੇ ਹੈਣ, ਹੈਗੇ ਨੇ, ਪਰ ਨਾਲ ਅਰਧ ਵਿਸ਼ਰਾਮ ਲਾ ਕੇ ਕਹਿਣ ਲੱਗੇ ਵਿਰਲੇ। ਫਿਰ ਪਰਪੱਕ ਕਰ ਦਿੱਤਾ ਵੀ ਅਰਥ ਦਾ ਕੋਈ ਅਨਰਥ ਨਾ ਕਰੇ। ਕਹਿਣ ਲੱਗੇ ਹੈਣ ਵਿਰਲੇ, ਨਾ ਹੀ ਕਣੇ, ਕਣੇ ਕੋਨੀ ਗੇ, ਜ਼ਿਆਦੇ ਕੋਨੀ, ਟਾਵੇਂ ਟਾਵੇਂ, ਕੋਈ ਹਰਿਆ ਬੂਟ ਰਹੇ ਹੋ ਰਹੀ।